ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 14ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖਿਓ ਘਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਸ੍ਰੀ ਰਾਮ ਨਾਮਾ ਉਚਾਰ ਮਨਾ, ਆਗੇ ਜਮਦਲ ਬਿਖਮ ਕਨਾ ਰਹਾਓ। ਉਸਾਰ ਮੜੋਲੀ ਰਾਖੇ ਦੁਆਰਾ, ਪੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਂ ਸੋ ਪੰਚ ਜਨਾ। ਢਾ ਮੜੋਲੀ ਲੁਟਿਆ ਦਿਉਰਾ, ਸਾਧਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਕਾਮਣ ਲੋੜੇ ਸੋਇ ਨਾ ਰੂਪਾ, ਮਿੱਤਰ ਲੁੜੇਂ ਸੋ ਖਾਦਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਦਾਤਾ। ਕਾਮਣ ਲੋੜੇ ਸੋਇ ਨਾ ਰੂਪਾ, ਮਿੱਤਰ ਲੁੜੇਂ ਸੋ ਖਾਦਾਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਦਾਤਾ। ਗੁਰੂ ਜੀ ਕਹਿੰਦੇ ਇਸ ਸ਼ਬਦ ਵਿੱਚ ਕਹਿੰਦੇ ਹਨ ਕਿ ਮੈਂ ਆਪਣੇ ਵਿਕਾਰਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਕੇ ਅਤੇ ਉਸ ਵਾਹਿਗੁਰੂ ਨਾਲ ਜੁੜਾਂ। ਗੁਰੂ ਜੀ ਦੱਸਦੇ ਹਨ ਕਿ ਜੀਵ ਆਤਮਾ ਆਖਦੀ ਹੈ ਕਿ ਹੇ ਮੇਰੇ ਮਨ, ਇੱਕ ਪਾਸੇ ਹੋਰ ਪੰਜ ਵੈਰੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਹਨ। ਦੂਜੇ ਪਾਸੇ ਮੈਂ ਇੱਕ ਨਿਤਾਣੀ ਤੇ ਨਿਮਾਣੀ ਜਿਹੀ ਜੀਵ ਆਤਮਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹਨਾਂ ਪੰਜ ਵੈਰੀਆਂ ਲੁਟੇਰਿਆਂ ਤੋਂ ਮੈਂ ਆਪਣਾ ਆਪ ਭਾਵ ਘਰ ਬਾਰ ਭਾਵ ਸ਼ੁੱਧ ਗੁਣਾਂ ਦੀ ਰਾਸ ਕਿਵੇਂ ਬਚਾਵਾਂ ਜੀ। ਹੇ ਮੇਰੇ ਮਨ, ਇਹ ਪੰਜ ਵੈਰੀ ਮੈਨੂੰ ਹਰ ਰੋਜ਼ ਲੁੱਟਦੇ ਅਤੇ ਮਾਰਦੇ ਕੁੱਟਦੇ ਹਨ ਜੀ। ਮੈਂ ਇਹਨਾਂ ਦੇ ਵਿਰੁੱਧ ਕਿਸ ਅੱਗੇ ਪੁਕਾਰ ਸ਼ਿਕਾਇਤ ਕਰਾਂ ਜੀ। ਭਾਵ ਮੈਂ ਇਸ ਪੰਜ ਵੈਰੀ ਨੇ ਮੈਨੂੰ ਬਿਲਕੁਲ ਆਪਣੇ ਨਾਲ ਚੰਬੇੜ ਲਿਆ ਹੋਇਆ ਹੈ ਜੀ, ਅਤੇ ਮੈਨੂੰ ਇਸ ਦੀ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਮੈਨੂੰ ਹੋਰ ਕੋਈ ਓਟ ਨਜ਼ਰ ਨਹੀਂ ਆਉਂਦੀ, ਇਸ ਲਈ ਤੂੰ ਪਵਿੱਤਰ ਰਾਮ ਦਾ ਨਾਮ ਉਚਾਰਨ, ਗੁਰਸ਼ਬਦ ਗੁਰਬਾਣੀ ਦਾ ਸਿਮਰਨ ਕਰ, ਕਿਉਂਕਿ ਅੱਗੇ ਜਮਾਂ ਦਾ ਜਥਾ ਬਹੁਤ ਕਰੜਾ ਅਤੇ ਔਖਾ ਹੈ। ਭਾਵ ਮੌਤ ਤੇਰੇ ਸਾਹਮਣੇ ਖੜੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੇ ਸਰੀਰ ਰੂਪੀ ਮਿੱਟੀ ਦੀ ਕੋਠੜੀ ਬਣਾ ਕੇ 9 ਦਰਵਾਜ਼ਿਆਂ ਦਾ ਰਾਹ ਰੱਖ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਵਿੱਚ ਜੀਵ ਰੂਪ ਇਸਤਰੀ ਬੈਠੀ ਹੈ ਜੀ, ਅਤੇ ਜੀਵ ਰੂਪ ਇਸਤਰੀ ਇਸ ਕੱਚੇ ਕੋਠੇ ਵਿੱਚ ਬੈਠੀ ਹੋਈ ਆਪਣੇ ਆਪ ਨੂੰ ਅਮਰ ਜਾਣ ਕੇ ਨਿਤ ਦੁਨਿਆਵੀ ਖੇਡਾਂ ਖੇਡਦੀ ਹੈ ਜੀ। ਅਤੇ ਹੋਰ ਪੰਜ ਜਣੇ ਕਾਮ, ਕ੍ਰੋਧ, ਲੋਭ, ਮੋਹ, ਕਾਰ ਆਦਿਕ ਜੋ ਇਸ ਦੇ ਵੈਰੀ ਹਨ, ਉਹ ਲੁਟੇਰੇ ਇਸ ਜੀਵ ਰੂਪੀ ਇਸਤਰੀ ਦੀ ਸ਼ੁਭ ਗੁਣਾਂ ਵਾਲੀ ਪੂੰਜੀ ਨੂੰ ਲੁੱਟਦੇ ਰਹਿੰਦੇ ਹਨ ਜੀ। ਭਾਵ ਉਹ ਇਹਨਾਂ ਦੇ ਹੱਥੇ ਚੜ੍ਹ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅੰਤ ਵੇਲੇ ਜਦੋਂ ਸਮੇਂ ਦੇ ਜਥੇ ਨੇ, ਜਮਾਂ ਦੇ ਜਥੇ ਨੇ ਸਰੀਰ ਰੂਪੀ ਮੜੋਲੀ ਨੂੰ
ਢਾਹ ਕੇ ਢੇਰਾ ਢੱਗਾ ਲੁੱਟ ਲਿਆ ਤਾਂ ਉਹਨਾਂ ਇੱਕ ਜੀਵ ਰੂਪ ਇਸਤਰੀ ਫੜ ਲਈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਜੰਮਾਂ ਦਾ ਡੰਡਾ ਸਿਰ 'ਤੇ ਵੱਜਿਆ ਅਤੇ ਗਲ ਵਿੱਚ ਸੰਗਲ ਪਿਆ ਤਾਂ ਉਸ ਸਮੇਂ ਉਹ 5 ਜਣੇ ਲੁਟੇਰੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਵੈਰੀ ਉੱਥੋਂ ਦੌੜ ਗਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਸਾਰ ਵਿੱਚ ਰਹਿੰਦੀ ਇਸਤਰੀ ਸੋਨਾ ਚਾਂਦੀ ਲੋੜਦੀ ਹੈ ਅਤੇ ਮਿੱਤਰ ਚੰਗੀ ਤਰ੍ਹਾਂ ਖਾਣਾ ਲੋੜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮਨੁੱਖ, ਉਹਨਾਂ ਸੰਬੰਧਾਂ ਦੀ ਖਾਤਰ ਪਾਪ ਕਰਦਾ ਹੈ, ਜਿਸ ਕਾਰਨ ਅੰਤ ਸਮੇਂ ਇਹਨਾਂ ਜਮਪੁਰੀ ਨੂੰ ਬੱਧਿਆ ਹੋਇਆ ਜਾਵੇਗਾ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਅਵਰ ਪੰਚ ਹਮ ਏਕ ਜਨਾ। ਜੀਵ ਰੂਪ ਇਸਤਰੀ ਦੀ ਪੁਕਾਰ ਹੈ ਕਿ ਹੇ ਮੇਰੇ ਮਨ, ਅਸੀਂ ਜੋ ਇੱਥੇ ਹਾਂ ਉਹਨਾਂ ਵਿੱਚੋਂ ਮੈਂ ਤਾਂ ਇਕੱਲੀ ਹਾਂ ਤੇ ਹੋਰ ਦੂਜੇ ਪਾਸੇ ਭਾਵ ਮੇਰੇ 5 ਵੈਰੀ ਹਨ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸਰੀਰ ਰੂਪੀ ਮੜੋਲੀ ਵਿੱਚ ਜੀਵ ਰੂਪ ਇਸਤਰੀ ਬੈਠੀ ਹੋਈ ਹੈ ਜੀ, ਪਰ ਇਹ ਦਿਨ ਦਿਹਾੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਹੱਥੋਂ ਲੁੱਟੀ ਜਾ ਰਹੀ ਹੈ ਜੀ। ਉਸ ਦਾ ਕਾਰਨ ਇਸ ਦਾ ਆਪਣਾ ਅਵੇਸਲਾਪਨ ਹੈ ਜੀ। ਇਹ ਆਪਣੇ ਆਪ ਨੂੰ ਅਮਰ ਜਾਣ ਕੇ ਮਾਲ ਧਨ ਜੋੜਨ ਅਤੇ ਹੋਰ ਪਾਪ ਕਰਮਾਂ ਵਿੱਚ ਪ੍ਰਵਿਰਤ ਹੋਈ ਪਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਨੂੰ ਇਹ ਸੋਝੀ ਨਹੀਂ ਕਿ ਜਿਨ੍ਹਾਂ ਸਾਕ ਸੰਬੰਧੀਆਂ ਦੇ ਮੋਹ ਵਿੱਚ ਫਸ ਕੇ ਇਹ ਪਾਪ ਕਰਮ ਕਰ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੇ ਅੰਤ ਸਮੇਂ ਇਸ ਦਾ ਸਹਾਈ ਨਹੀਂ ਹੋਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਮਾਂ ਨੇ ਇਸ ਦਾ ਫਿਰ ਲਿਹਾਜ਼ ਨਹੀਂ ਕਰਨਾ ਜੀ ਅਤੇ ਇਸ ਨੂੰ ਸੰਗਲ ਪਾ ਕੇ ਜਮਪੁਰੀ ਵਿੱਚ ਲੈ ਜਾਣਾ ਹੈ ਜੀ। ਇਸ ਲਈ ਗੁਰੂ ਜੀ ਇਹ ਉਪਦੇਸ਼ ਦਿੰਦੇ ਹਨ ਕਿ ਹੇ ਮਨ, ਤੂੰ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਲੁਟੇਰਿਆਂ ਨੂੰ ਛੱਡ ਕੇ ਤੇ ਰਾਮ ਨਾਮ, ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਦਾ ਉਚਾਰਨ ਕਰ ਤੇ ਫਿਰ ਹੀ ਗੁਰਮਤਿ ਦਾ ਜੀਵਨ ਅਪਣਾ ਕੇ ਹੀ ਇਹਨਾਂ 5 ਚੋਰਾਂ ਤੋਂ ਜੀਵਨ ਪੂੰਜੀ ਬਚਾਉਣ ਦਾ ਇਹੋ ਭਾਵ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, 5 ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਧਨ ਹਰੀਆ, ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਵਤ ਰਾਸ ਉਭਰਿਆ। ਸੋ ਸਿਧਾਂਤ ਇਹ ਹੈ ਕਿ ਪਾਪਾਂ ਦਾ ਮੂਲ ਕਾਰਨ ਮਿੱਤਰਾਂ, ਸਾਕ ਸੰਬੰਧੀਆਂ ਨੂੰ, ਹੋਰਨਾਂ ਨੂੰ ਖੁਸ਼ ਕਰਨ ਤੇ ਖਿਲਾ ਪਿਲਾ ਕੇ ਆਪਣੀ ਸ਼ੋਭਾ ਖੱਟਣ ਹਿੱਤ ਹੇਰਾ ਫੇਰੀ ਨਾਲ ਸੋਨਾ ਚਾਂਦੀ ਅਤੇ ਹੋਰ ਮਾਇਕ ਪਦਾਰਥ ਆਦਿ ਇਕੱਠੇ ਕੀਤੇ ਜਾਂਦੇ ਹਨ ਜੀ। ਪਰ ਅੰਤ ਨੂੰ ਸਵਾਏ ਰਾਮ ਨਾਮ ਦੇ, ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਤੋਂ ਸਿਵਾ ਹੋਰ ਕੋਈ ਮਦਦਗਾਰ ਨਹੀਂ ਹੁੰਦਾ ਜੀ। ਹੋਰ ਸਾਰੇ ਹੀ ਸਾਕ ਸੰਬੰਧੀ ਸਾਥ ਛੱਡ ਦਿੰਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।